ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਬਿਲਕੁਲ ਸਟੇਬਲ ਆ। ਲਾਅ ਐਂਡ ਆਰਡਰ ਪੂਰੀ ਤਰ੍ਹਾਂ ਮੇਨਟੇਨਡ ਆ, ਸਾਰੇ ਪਾਸੇ ਸੁੱਖ ਸ਼ਾਂਤੀ ਆ। ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਜਿੱਦਾਂ ਸਾਰੇ ਪੰਜਾਬੀਆਂ ਨਾਲ ਅੱਜ ਗੱਲ ਕੀਤੀ, ਪੂਰੀ ਸਥਿਤੀ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਜ਼ਰ ਰੱਖੇ ਹੋਏ ਆ। ਲਗਾਤਾਰ ਉਹ ਅਫਸਰਾਂ ਦੇ ਕੋਲੋਂ ਫੀਡਬੈਕ ਲੈ ਰਹੇ ਆ ਪੂਰੀ ਸਥਿਤੀ ਦੇ ਬਾਰੇ ਦੇ ਵਿੱਚ। ਔਰ ਅੱਜ ਉਹਨਾਂ ਨੂੰ ਬਹੁਤ ਸਾਰੀਆਂ ਕਾਲਸ ਆਈਆਂ ਪੰਜਾਬ ਤੋਂ ਬਾਹਰੋਂ, ਜਿਨ੍ਹਾਂ ਨੇ ਇਸ ਸਥਿਤੀ ਨਾਲ ਬੜੇ ਵਧੀਆ ਤਰੀਕੇ ਨਾਲ ਨਿਪਟਣ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਉਹਨਾਂ ਨੇ, ਕਿਉਂਕਿ ਉਹ ਇਹ ਮਹਿਸੂਸ ਕਰਦੇ ਆ ਕਿ ਪੰਜਾਬ ਦੇ ਯੂਥ ਨੂੰ ਬਚਾਉਣ ਵਾਸਤੇ ਜਿਹੜੇ ਮਾੜੇ ਅਨਸਰ ਆ ਉਹਨਾਂ ਨਾਲ ਇਸ ਤਰੀਕੇ ਦੇ ਨਾਲ ਨਜਿੱਠਣਾ ਬਹੁਤ ਜ਼ਰੂਰੀ ਸੀਗਾ। ਸੋ ਸਾਰੇ ਪਾਸੇ ਤੋਂ, ਹਰ ਪਾਸੇ ਤੋਂ ਉਹਨਾਂ ਨੂੰ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਔਰ ਸਾਰੇ ਪੰਜਾਬੀਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਵਾ। ਹਰ ਪਾਸੇ ਤੋਂ, ਹਰ ਵਰਗ ਤੋਂ, ਹਰ ਤਬਕੇ ਤੋਂ, ਹਰ ਇੱਕ ਤੋਂ ਪੂਰਾ ਸਹਿਯੋਗ ਮਿਲ ਰਿਹਾ ਇਹਦੇ ਵਿੱਚ। ਦੂਸਰੀਆਂ ਸਟੇਟਸ ਤੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਵਾ, ਦੂਸਰੀਆਂ ਏਜੰਸੀਜ਼ ਤੋਂ ਵੀ, ਸੈਂਟਰਲ ਏਜੰਸੀਜ਼ ਤੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਵਾ ਇਹਦੇ ਵਿੱਚ। ਔਰ ਪੁਲਿਸ ਇਹਦੇ ਵਿੱਚ ਆਪਣਾ ਕੰਮ ਬਿਲਕੁਲ ਕਾਨੂੰਨੀ ਤਰੀਕੇ ਦੇ ਨਾਲ ਕਰ ਰਹੀ ਆ। ਬਹੁਤ ਸਾਰੀਆਂ ਕਈ ਤਰ੍ਹਾਂ ਦੇ ਲੋਕਾਂ ਦੇ ਮਨ 'ਚ ਸ਼ੰਕੇ ਆ। ਸੋ ਜੋ ਵੀ ਕੰਮ ਕੀਤਾ ਜਾਏਗਾ, ਕਿਸੇ ਨੂੰ ਕਿਸੇ ਤਰ੍ਹਾਂ ਦੀ ਇਲੀਗਲ ਅਰੈਸਟ 'ਚ ਨਾ ਰੱਖਿਆ ਗਿਆ, ਨਾ ਰੱਖਿਆ ਜਾਏਗਾ। ਜਦੋਂ ਵੀ ਜਿਹੜਾ ਪ੍ਰਾਈਮ ਅਕਿਊਜ਼ਡ ਆ, ਜਦੋਂ ਵੀ ਫੜਿਆ ਜਾਏਗਾ, ਤੁਰੰਤ ਉਹਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ। ਇਸੇ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਮੋਹਾਲੀ ਦੇ ਵਿੱਚ ਇੱਕ ਧਰਨਾ ਲੱਗਿਆ ਸੀਗਾ, ਜਿਹੜਾ ਪੀਸਫੁਲੀ ਸਮਾਪਤ ਹੋ ਗਿਆ। ਉੱਥੇ ਕੁਝ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਧਰਨਾਕਾਰੀਆਂ ਦੇ ਵਿੱਚ ਕੁਝ ਡਿਫਰੈਂਸਿਸ ਸੀਗੇ, ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਸਮੱਸਿਆ ਹੋ ਰਹੀ ਸੀਗੀ। ਸੋ ਉਹ ਵੀ ਪੂਰੀ ਤਰ੍ਹਾਂ ਸਮਾਪਤ ਹੋ ਗਿਆ, ਰੋਡ ਉਹ ਖੁੱਲ੍ਹ ਗਈ ਚੰਗੀ ਤਰ੍ਹਾਂ। ਜਿਹੜਾ ਇਸ ਇਸ਼ੂ ਦੇ ਉੱਤੇ ਕੁਝ ਅਪਡੇਟਸ ਆ, ਇੱਕ ਕੇਸ ਰਜਿਸਟਰ ਕੀਤਾ ਵਾ ਜਲੰਧਰ ਰੂਰਲ ਦੇ ਵਿੱਚ, ਜਿਹਦੇ ਵਿੱਚ ਸਰਪੰਚ ਜਿਹੜਾ ਵਾ ਮਨਪ੍ਰੀਤ ਸਿੰਘ ਉਦੋਵਾਲ ਪਿੰਡ ਦਾ, ਉਹਨੇ ਪਰਚਾ ਦਰਜ ਕਰਾਇਆ 2 ਬੰਦਿਆਂ ਦੇ ਖਿਲਾਫ। ਇੱਕ ਹਰਜੀਤ ਸਿੰਘ ਜਿਹੜਾ ਉਹਦਾ ਚਾਚਾ ਵਾ, ਇੱਕ ਉਹਦੇ ਖਿਲਾਫ, ਇੱਕ ਹਰਪ੍ਰੀਤ ਸਿੰਘ ਦੇ ਖਿਲਾਫ। ਸੋ ਉਹ ਪਰਚਾ ਜਿਹੜਾ ਵਾ ਉਹਨਾਂ ਨੂੰ ਗਨ ਪੁਆਇੰਟ 'ਤੇ ਰੱਖਿਆ ਸੀ ਇਹਨਾਂ ਨੇ ਜ਼ਬਰਦਸਤੀ, ਜਦੋਂ ਉੱਥੋਂ ਦੌੜੇ ਸੀਗੇ। ਉਸ ਕੇਸ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਵਾ, ਜਿਹਦੇ ਵਿੱਚ ਇਹ ਆਲਰੇਡੀ ਗ੍ਰਿਫਤਾਰ ਹੋ ਚੁੱਕੇ ਆ ਦੋਨੋਂ। ਸਰਪੰਚ ਜਿਹੜਾ ਉਹਦਾ ਨਾਮ ਮਨਪ੍ਰੀਤ ਸਿੰਘ ਆ, ਉਦੋਂ ਕੇ ਪਿੰਡ ਦਾ ਸਰਪੰਚ ਆ। ਜਿਹੜੇ 2 ਅਕਿਊਜ਼ ਨੇ ਇਹਦੇ ਵਿੱਚ, ਇੱਕ ਹਰਜੀਤ ਸਿੰਘ ਆ, ਇੱਕ ਹਰਪ੍ਰੀਤ ਸਿੰਘ ਆ। ਫਰਦਰ ਜਿਹੜਾ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਆ ਕਿ ਜਿਹੜੀ ਬਰੈਜ਼ਾ ਕਾਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਉੱਥੋਂ ਦੌੜਿਆ ਸੀਗਾ ਮੌਕੇ ਤੋਂ, ਉਹ ਬਰੈਜ਼ਾ ਕਾਰ ਰਿਕਵਰ ਹੋਈ ਆ। ਜਿਹੜੇ 4 ਬੰਦਿਆਂ ਨੇ ਭੱਜਣ ਦੇ ਵਿੱਚ ਮਦਦ ਕੀਤੀ ਸੀਗੀ, ਉਹ 4 ਅਕਿਊਜ਼ ਦੇ ਵਿੱਚ ਅਰੈਸਟ ਕੀਤੇ ਆ, ਜਿਹਦੇ ਵਿੱਚ ਮਨਪ੍ਰੀਤ ਸਿੰਘ ਏਲੀਅਸ ਮੰਨਾ ਹੈ, ਇੱਕ ਗੁਰਦੀਪ ਸਿੰਘ ਏਲੀਅਸ ਦੀਪਾ ਹੈ, ਹਰਪ੍ਰੀਤ ਸਿੰਘ ਏਲੀਅਸ ਹੈਪੀ ਤੇ ਗੁਰਭੇਜ ਸਿੰਘ ਏਲੀਅਸ ਭੇਜਾ। ਇਹ 4 ਉਹ ਅਕਿਊਜ਼ਡ ਆ ਜਿਨ੍ਹਾਂ ਨੇ ਭੱਜਣ 'ਚ ਮਦਦ ਕੀਤੀ ਸੀ। ਬਰੇਜ਼ਾ ਕਾਰ ਇਹਦੇ ਵਾਸਤੇ ਯੂਜ਼ ਹੋਈ ਸੀ, ਉਹ ਬਰੇਜ਼ਾ ਕਾਰ ਰਿਕਵਰ ਹੋ ਗਈ ਹੈ। ਮਨਪ੍ਰੀਤ ਸਿੰਘ ਏਲੀਅਸ ਮੰਨਾ, ਇਹ ਨਵਾਂ ਕਿਲਾ ਸ਼ਾਹਕੋਟ ਦਾ ਰਹਿਣ ਵਾਲਾ ਹੈ। ਗੁਰਦੀਪ ਸਿੰਘ ਏਲੀਅਸ ਦੀਪਾ, ਇਹ ਬਲ 9 ਪਿੰਡ ਆ ਨਕੋਦਰ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਹੈ। ਹਰਪ੍ਰੀਤ ਸਿੰਘ ਏਲੀਅਸ ਹੈਪੀ, ਇਹ ਕੋਟਲਾ ਨੌਤ ਸਿੰਘ ਆ ਹੁਸ਼ਿਆਰਪੁਰ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਹੈ। ਗੁਰਭੇਜ ਸਿੰਘ ਏਲੀਅਸ ਭੇਜਾ, ਇਹ ਗੁੰਦਾਰਾ ਪਿੰਡ ਆ ਫਰੀਦਕੋਟ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ। ਇਹਨਾਂ 4 ਦੇ ਖਿਲਾਫ, ਕਿਉਂਕਿ ਜਦੋਂ ਇਹਨਾਂ ਨੂੰ ਫੜਿਆ ਗਿਆ, ਇਹਨਾਂ ਤੋਂ ਜਿਹੜੀ ਗੱਡੀ ਮਿਲੀ ਆ ਉਹਦੇ ਵਿੱਚੋਂ ਵੀ 315 ਬੋਰ ਦੀ ਇੱਕ ਰਾਈਫਲ ਮਿਲੀ ਆ, ਕੁਝ ਤਲਵਾਰਾਂ ਮਿਲੀਆਂ ਵਾ, ਵਾਕੀ ਟਾਕੀ ਸੈੱਟ ਮਿਲਿਆ ਵਾ। ਇਹਨਾਂ ਦੇ ਉੱਤੇ ਆਰਮਡ ਐਕਟ ਦਾ ਕੇਸ ਤੇ ਇਹਨਾਂ ਦੇ ਉੱਤੇ ਉਹਨੂੰ ਕਸਟਡੀ ਚੋਂ, ਮਤਲਬ ਪੁਲਿਸ ਦੀ ਗ੍ਰਿਫਤ ਤੋਂ ਭਜਾਉਣ ਵਾਸਤੇ ਜਿਹੜੇ ਸੈਕਸ਼ਨ ਹੁੰਦੇ ਆ ਉਹ ਵੀ ਐਡ ਕੀਤੇ ਜਾ ਰਹੇ ਇਹਦੇ ਵਿੱਚ FIR ਦੇ ਵਿੱਚ। ਜਿਹੜੀ ਬਹੁਤ ਅਹਿਮ ਗੱਲ ਸਾਹਮਣੇ ਆਈ ਆ ਕਿ ਅੰਮ੍ਰਿਤਪਾਲ ਸਿੰਘ ਇੱਥੋਂ ਦੌੜਨ ਤੋਂ ਬਾਅਦ ਨੰਗਲ ਅੰਬੀਆਂ ਪਿੰਡ ਆ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ। ਉੱਥੇ ਜਾ ਕੇ ਉਹਨੇ ਕੱਪੜੇ ਚੇਂਜ ਕੀਤੇ, ਉਹਨੇ ਸ਼ਰਟ ਪਾਈ, ਪੈਂਟ ਪਾਈ, ਫਿਰ ਉੱਥੋਂ ਦੌੜਿਆ, ਆਪਣੀ ਜਿਹੜੀ ਤਲਵਾਰ ਸੀ ਉੱਥੇ ਛੱਡ ਦਿੱਤੀ। ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ। ਜਿਹੜੇ ਅਸੀਂ ਫੜੇ ਆ ਬੰਦੇ 4, ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਕਿ ਪਹਿਲਾਂ ਉਹ ਨੰਗਲ ਅੰਬੀਆਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ, ਉੱਥੇ ਗਿਆ ਸੀਗਾ। ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੱਪੜੇ ਚੇਂਜ ਕਰਕੇ, ਪੈਂਟ ਸ਼ਰਟ ਪਾ ਕੇ, ਉਸ ਤੋਂ ਬਾਅਦ ਦੇ ਵਿੱਚ 2 ਮੋਟਰਸਾਈਕਲ ਦੇ ਉੱਤੇ, 3 ਬੰਦੇ ਹੋਰ ਇਹਦੇ ਨਾਲ ਸੀਗੇ, 2 ਮੋਟਰਸਾਈਕਲ ਦੇ ਉੱਤੇ ਉੱਥੋਂ escape ਕੀਤੇ ਆ 4 ਜਣੇ ਉਸ ਜਗ੍ਹਾ ਤੋਂ। ਸੋ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ, ਇੱਕ ਤਾਂ ਮੈਂ ਅਪੀਲ ਕਰਨਾ ਚਾਹੂੰਗਾ ਸਾਰੇ ਪੰਜਾਬੀਆਂ ਨੂੰ ਆਪਣੇ ਵੱਲੋਂ, ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ, ਪੰਜਾਬ ਪੁਲਿਸ ਵੱਲੋਂ, ਕਿ ਸਾਰੇ ਯੋਗਦਾਨ ਦਿਓ ਇਹਦੇ 'ਚ। ਸਾਰਿਆਂ ਦੇ ਕੰਟਰੀਬਿਊਸ਼ਨ ਦੀ ਲੋੜ ਆ। ਇਹ ਜਿਹੜੇ ਮਾੜੇ ਅਨਸਰ ਆ, ਜਿਹੜੇ ਸਮਾਜ ਦੇ ਵਿੱਚ ਇਹ ਦੀ ਅਰਾਜਕਤਾ ਫੈਲਾਉਂਦੇ, ਉਹਨਾਂ ਨੂੰ ਫੜਨ ਵਾਸਤੇ। ਸੋ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਸਾਰੇ ਸਹਿਯੋਗ ਦੇਣ, ਚਾਹੇ ਉਹ ਕੋਈ
ਪਬਲਿਕ ਸੰਸਥਾਵਾਂ ਹੋਣ, ਚਾਹੇ ਪਿੰਡਾਂ ਦੇ ਸਰਪੰਚ ਪੰਚ ਕੋਈ ਮੋਤਬਾਰ ਬੰਦੇ ਆ, ਕਿਉਂਕਿ ਹਰ ਇੱਕ ਬੰਦਾ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਵਾ। ਦੂਸਰੀ ਗੱਲ ਆ, ਜਦੋਂ ਵੀ ਕੋਈ ਕ੍ਰਿਮੀਨਲ ਆਪਾਂ ਨੂੰ ਵਾਂਟਡ ਹੁੰਦਾ ਵਾ, ਉਹਦੇ ਵਿੱਚ ਆਪਾਂ ਹਮੇਸ਼ਾ ਹਰ ਤਰ੍ਹਾਂ ਦੀ ਪ੍ਰੋਬੇਬਿਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਰਮਲੀ ਆਪਾਂ ਰਿਲੀਜ਼ ਕਰਦੇ ਹਾਂ ਕਿ ਉਹ ਕਿਸ ਹੁਲੀਏ ਦੇ ਵਿੱਚ ਹੋ ਸਕਦਾ ਵਾ। ਸੋ ਇਸ ਕੇਸ ਦੇ ਵਿੱਚ ਸਾਡੇ ਕੋਲ ਜਿਹੜੀਆਂ ਇਹਦੀਆਂ ਕੁਝ ਪੁਰਾਣੀਆਂ ਫੋਟੋਗ੍ਰਾਫਸ ਆ, ਕੁਝ ਨਵੀਆਂ ਫੋਟੋਗ੍ਰਾਫਸ ਆ, ਜਿਹੜੀਆਂ ਕਿ ਅਸੀਂ ਸੋਸ਼ਲ ਮੀਡੀਆ ਤੋਂ ਬਾਕੀ ਜਗ੍ਹਾ ਤੋਂ ਸਾਡੇ ਕੋਲ ਆਈਆਂ, ਉਹ ਅਸੀਂ ਜ਼ਰੂਰ ਇੱਕ ਵਾਰੀ ਰਿਲੀਜ਼ ਕਰਨਾ ਚਾਹਾਂਗੇ। ਵੀ ਵਿਲ ਵਾਂਟ ਕਿ ਇਹ ਨੈਸ਼ਨਲ ਟੀਵੀ ਤੇ ਬਾਕੀ ਚੈਨਲਸ ਤੇ ਜ਼ਰੂਰ ਜਾਣ, ਕਿਉਂਕਿ ਅਸੀਂ ਨਹੀਂ ਕੁਝ ਕਹਿ ਸਕਦੇ, ਜਦੋਂ ਫੜਿਆ ਜਾਏਗਾ ਉਦੋਂ ਹੀ ਪਤਾ ਲੱਗੇਗਾ ਕਿ ਬੰਦਾ ਕਿਸ ਹੁਲੀਏ 'ਚ ਹੈ, ਪਰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਨੂੰ। ਸੋ ਇਹ ਮੈਂ ਫੋਟੋਆਂ ਜਿਹੜੀਆਂ ਅਸੀਂ ਕੁਝ ਜਿਹੜੀਆਂ ਲੱਭੀਆਂ ਹੁੰਦੀਆਂ ਅਲੱਗ-ਅਲੱਗ ਜਗ੍ਹਾ ਤੋਂ, ਉਹ ਫੋਟੋਆਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਇਹਨਾਂ ਨੂੰ ਸਰਕੂਲੇਟ ਕੀਤਾ ਜਾਵੇ ਵੱਧ ਤੋਂ ਵੱਧ। ਸੋ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ ਟੋਟਲ 154 ਬੰਦੇ ਨੇ ਜਿਹੜੇ ਅਰੈਸਟ ਹੋ ਚੁੱਕੇ ਆ। ਅੰਮ੍ਰਿਤਪਾਲ ਸਿੰਘ ਦੇ ਖਿਲਾਫ NSA ਐਕਟ, ਜਿੱਦਾਂ ਤੁਹਾਨੂੰ ਪਤਾ NSA ਐਕਟ ਲਗਾਇਆ ਜਾ ਚੁੱਕਿਆ ਵਾ। ਉਹਦੇ ਵਿੱਚ NSA ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੁੰਦਾ ਹੈ ਅੰਮ੍ਰਿਤਪਾਲ ਦੇ ਖਿਲਾਫ, ਉਹ ਲੱਗ ਚੁੱਕਿਆ, ਕੱਲ ਦਾ ਲੱਗ ਚੁੱਕਿਆ ਹੈ। ਠੀਕ ਹੈ, ਮੇਰੀ ਗੱਲ ਪੂਰੀ ਮੈਂ ਤੁਹਾਨੂੰ ਦੱਸਦਾ ਜੀ। ਉਹ ਐਕਟ ਲੱਗਣ ਤੋਂ ਬਾਅਦ ਦੇ ਵਿੱਚ ਜਿਹੜੇ ਕੰਸਰਨਡ ਡਿਪਟੀ ਕਮਿਸ਼ਨਰ ਹੁੰਦੇ ਆ, ਉਹ ਇੱਕ ਰਿਕੁਐਸਟ ਭੇਜਦੇ ਆ ਜਦੋਂ ਬੰਦਾ ਸਕੇਪ ਕਰ ਰਿਹਾ ਹੁੰਦਾ, ਜਦੋਂ ਉਹ ਆਰਡਰ ਦਾ ਪ੍ਰੋਪਰ ਫੋਲੋ ਨਹੀਂ ਹੁੰਦਾ, ਤਾਂ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਇੱਕ ਰਿਕੁਐਸਟ ਭੇਜਦੇ ਆ ਕਿ ਬੰਦਾ ਜਿਹੜੀ ਆਪਣੀ ਅਰੈਸਟ ਆ ਉਹਨੂੰ ਇਵੇਡ ਕਰ ਰਿਹਾ ਵਾ। ਉਹ ਫਿਰ ਮੈਜਿਸਟ੍ਰੇਟ ਸਾਹਿਬ ਜਿਹੜੇ ਨੇ ਉਹਦੇ ਵਿੱਚ ਉਸ ਤੋਂ ਬਾਅਦ ਉਹਦਾ ਅਰੈਸਟ ਵਾਰੰਟ ਜਿਹੜਾ ਹੈ ਉਹ ਜਾਰੀ ਕਰਦੇ ਆ। ਸੋ ਇਸ ਕੇਸ ਦੇ ਵਿੱਚ ਜਿਹੜਾ ਨਾਨ ਅਵੇਲੇਬਲ ਵਾਰੰਟ ਆ ਅੰਮ੍ਰਿਤਪਾਲ ਸਿੰਘ ਦਾ, ਉਹ ਜਾਰੀ ਹੋ ਚੁੱਕਿਆ ਵਾ, ਜਿਹੜਾ ਕਿ 18 ਮਾਰਚ ਨੂੰ ਜਾਰੀ ਹੋਇਆ ਸੀਗਾ। ਫਰਦਰ ਇਹਦੇ ਵਿੱਚ ਜੇ ਕੋਈ ਬੰਦਾ ਫਿਰ ਵੀ ਆਪਣੀ ਅਰੈਸਟ ਨੂੰ ਅਵੇਡ ਕਰਦਾ ਵਾ, ਤਾਂ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਆ ਕਿ ਉਹਦੇ ਖਿਲਾਫ 82-83 ਸੈਕਸ਼ਨ ਜਿਹੜੇ ਨੇ CRPC ਦੇ, ਉਹਦੇ ਤਹਿਤ ਵੀ ਕਾਰਵਾਈ ਹੋ ਸਕਦੀ ਹੈ। ਸੋ 18 ਤਰੀਕ ਨੂੰ ਲੱਗਿਆ ਸੀਗਾ ਜੀ। 18 ਤਰੀਕ ਦੇ ਜਿਹੜੇ ਸੇਮ ਡੇ ਜਦੋਂ ਇਹਨੇ ਆਪਣੀ ਅਰੈਸਟ ਨੂੰ ਅਵੇਡ ਕੀਤਾ, ਉਸ ਤੋਂ ਬਾਅਦ ਦੇ ਵਿੱਚ ਇਹਦੇ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ ਨਾਨ ਅਵੇਲੇਬਲ ਵਾਰੰਟਸ ਜਿਹੜੇ ਨੇ ਜਾਰੀ ਕਰਾਏ ਗਏ ਇਸ ਕੇਸ ਵਿੱਚ। हाँ जी, जो पंजाब में जो सिचुएशन है बिल्कुल स्टेबल है। ऑनरेबल CM साहब जिनके जैसे खुद आप आज पंजाबियों से बात की, पूरी स्थिति पे वो खुद नज़र रखे हुए हैं इस पूरी स्थिति पे, और लगातार फीडबैक ले रहे हैं ऑफिसर से पूरे पंजाब में क्या सिचुएशन है, और पूरी तरह से हर तरफ पूरी तरह शांति है। आज CM साहब ने जैसे बताया, उनको बहुत सारी पंजाब से, पंजाब के बाहर से बहुत सारी कॉल्स आई जिनमें लोगों ने उनको धन्यवाद किया, क्योंकि सारे लोग इस कार्रवाई से बिल्कुल संतुष्ट हैं। जो बैड एलिमेंट्स के खिलाफ पूरा ये ऑपरेशन हुआ है उसमें सारे बहुत खुश हैं, और पंजाब के जो लोग हैं और पूरे इंडिया के जो लोग हैं उनको CM साहब ने भी धन्यवाद किया है, क्योंकि सबसे बहुत कॉपरेशन मिली इस पूरे ऑपरेशन में, और बाकी एजेंसी से, बाकी स्टेट से भी हमें फुल कॉपरेशन मिल रहा है इस केस में, और पुलिस इसमें बिल्कुल कानून के अनुसार काम कर रही है। बहुत सारे लोगों को आशंका है, लेकिन अभी तक जो प्राइम अक्यूज्ड है वो अभी इस केस में अरेस्ट नहीं हुआ है। जैसे ही वो अरेस्ट होगा तुरंत इसकी जानकारी जो है दी जाएगी। रिकवर की है, और जो 4 बंदों का आपने नाम लिया वो ब्रेजा में ही थे या उन्होंने बाहर से आके अमृतपाल को मदद किया? नहीं, वो ब्रेजा कार में ही थे, जो मैं वही उसी पे आ रहा हूँ मैं। जो अभी तक हमने जो इसमें एक तो FIR नंबर 28 दर्ज की है 20 मार्च को, जिसमें जो सरपंच है मनप्रीत सिंह, उसकी स्टेटमेंट पे FIR दर्ज की है कि 2 लोग, जो एक हरजीत सिंह और हरप्रीत सिंह, उसने ये एलिगेशन लगाए कि इन्होंने गन पॉइंट पे उसको रखा था, और उसके बाद ये लोग जो है पुलिस ने अरेस्ट किए इस केस में। दूसरा गन पॉइंट पे सरपंच जो मनप्रीत सिंह है, जो उसको रखा था उसके रेजिडेंस पे, कि ज़बरदस्ती कि हमें शेल्टर दिया जाए उसके रेजिडेंस पे, क्योंकि इनको शेल्टर देने के लिए कोई तैयार नहीं था, तो उसके एलिगेशन है कि इन्होंने ज़बरदस्ती गन पॉइंट पे मुझे रखा हुआ था। सरपंच मनप्रीत सिंह है, और जो अक्यूज्ड हैं 2, एक हरजीत सिंह है, एक हरप्रीत सिंह है, 2 अक्यूज्ड हैं इसमें। दूसरा जो अहम इसमें जो सुराग लगा है कि 4 अक्यूज हमने अरेस्ट किए हैं, जिनसे एक ब्रेजा कार जो है बरामद हुई है। ये मनप्रीत सिंह एलियस मन्ना, गुरदीप सिंह एलियस दीपा, हरप्रीत सिंह एलियस हैप्पी,
और गुरप्रीत सिंह एलियस पेजा, ये 4 वो अक्यूज़ हैं जिन्होंने उसको एस्केप करने में मदद की। ब्रेजा गाड़ी इन्होंने यूज़ की जब ये चारों ने और अमृतपाल ने मिलके जब वहाँ से दौड़े हैं। जो दूसरा जो अहम सुराग इसमें है कि उसके बाद ये गुरुद्वारा साहब है, नंगल अंबिया विलेज का गुरुद्वारा साहब, वहाँ पे गए, वहाँ पे कपड़े चेंज किए, पैंट और शर्ट डाली उसने अमृतपाल ने। उसके बाद 2 मोटरसाइकिल्स पे 4 लोग जो थे 2 मोटरसाइकिल्स पे एस्केप किए हैं वहाँ से। तो इस केस में एक तो मैं सबसे अपील करना चाहूँगा कि इसकी अरेस्ट में और बाकी जो बैड एलिमेंट्स हैं उनकी अरेस्ट में पंजाब पुलिस को आपके सहयोग की ज़रूरत है। दूसरा, क्योंकि जैसे ही कोई अक्यूज किसी केस में वांटेड होता है तो उसकी हम बहुत सारी पिक्चर्स जो भी हमारे पास अवेलेबल होती हैं वो पिक्चर्स हम रिलीज़ करते हैं। तो अमृतपाल की बहुत सारी पिक्चर्स हैं जो अलग अलग अटायर में हैं, अलग अलग तरह की पिक्चर्स हैं, वो हम लोग अभी रिलीज़ कर रहे हैं। वो पिक्चर्स मैं आपको रिक्वेस्ट करूँगा कि डिस्प्ले की जाए ताकि लोग इसको अरेस्ट करवाने में हमारी मदद कर सकें इस केस में। सर, जो ब्रिजा कार है, आपने नंगल अंबिया गुरुद्वारे के बाहर से ही नहीं, ये कार हमने जो मनप्रीत मन्ना है इनसे हमने रिकवर की है, क्योंकि हमारे इन्वेस्टिगेशन में ये इसके रेजिडेंस से हमने की है जो नवा किला है, क्योंकि हमारे इन्वेस्टिगेशन में ये चीज़ इस्टेब्लिश हो गई थी कि वहाँ से ब्रेजा गाड़ी यूज़ हुई है। फर्दर आगे भी जैसे मैंने कहा कि हमने ये भी इस्टेब्लिश कर लिया कि वो गाड़ी में बैठ के ये गुरुद्वारा साहब तक गए हैं, वहाँ से चेंज करने के बाद फिर 2 मोटरसाइकिल्स में एस्केप किया इन्होंने। तो ये पूरी जो लड़ी है हमारी वो आपस में कनेक्ट हो रही है सर। ये जो आपने फोटो दी है उसमें क्लीन शेव भी है। ये पुरानी फोटोग्राफ्स हैं जो हमने कहीं से, जैसे हमें जिस तरह के भी बेस में फोटोग्राफ मिली है वो हम रिलीज कर रहे हैं। वो हम नहीं कह सकते क्योंकि जब तक अरेस्ट नहीं होगा वो हम नहीं कह सकते कि वो किस तरह के अटायर में किस तरह के बेस में होगा। बट लोगों की जानकारी के लिए उनके पास हर तरह की फोटोग्राफ होनी जरूरी है। ब्रीजा गड्डी की दी है और ਜਿਹੜੇ ਬੰਦੇ ਬੜੇ ਗਏ ਨੇ ਜਿਹੜੇ ਗ੍ਰਿਫਤਾਰ ਕੀਤੇ ਹਨ ਉਹਨਾਂ ਦੀ ਪੁੱਛਗਿੱਛ 'ਚ ਕੁਝ ਚੀਜ਼ਾਂ ਆਈਆਂ ਜਿੱਦਾਂ ਤੁਸੀਂ ਕਿਹਾ ਜਿਹੜੀ ਬਰੇਜ਼ਾ ਗੱਡੀ ਆ ਉਹਦੇ ਬਾਰੇ 'ਚ ਅਸੀਂ ਹੁਣ ਅੱਗੇ ਫਰਦਰ ਤਫਤੀਸ਼ ਕਰ ਰਹੇ ਹਾਂ। ਬਰੇਜ਼ਾ ਗੱਡੀ ਜਿਹੜੀ ਮਿਲੀ ਆ ਮਨਪ੍ਰੀਤ ਸਿੰਘ ਮੰਨਾ ਦੇ ਕੋਲੋਂ ਮਿਲੀ ਆ ਔਰ ਜਿਹੜੇ ਇਹ ਚਾਰੋਂ ਬੰਦੇ ਅਸੀਂ ਫੜੇ ਇਹਨਾਂ ਦੀ ਪੁੱਛਗਿੱਛ ਤੋਂ ਹੀ ਇਹ ਗੱਲ ਆਈ ਆ ਕਿ ਬਰੇਜ਼ਾ ਦੇ ਵਿੱਚ ਬੈਠ ਕੇ ਫਿਰ ਇਹ ਗੁਰਦੁਆਰਾ ਸਾਹਿਬ ਨੰਗਲ ਅੰਬੀਆਂ ਉੱਥੇ ਗਏ। ਉੱਥੇ 4 ਬੰਦੇ ਸੀਗੇ, ਇਹਦੇ 'ਚ 3 ਬੰਦੇ ਹੋਰ ਆ, ਇਹ ਵਾਲੇ 4 ਨਹੀਂ ਸੀ ਜਿਹੜੇ ਨਾਲ escape ਕੀਤੇ, 3 ਹੋਰ ਬੰਦੇ ਆ, ਮਤਲਬ 3 ਪਲੱਸ 1। ਨਹੀਂ, ਉਹ ਚੀਜ਼ ਅਜੇ ਵੈਰੀਫਾਈ ਕਰ ਰਹੇ ਕੌਣ ਲੈ ਕੇ ਆਇਆ ਸੀ, ਕਿਉਂਕਿ ਉਸ ਜਗ੍ਹਾ ਦੇ ਉੱਤੇ 3 ਬੰਦੇ ਹੋਰ ਸੀਗੇ, ਫਿਰ ਇਹ 4 ਬੰਦੇ 2 मोटरसाइकिल ठीक है सर। मोटरसाइकिल का पता लगा कौन कौन मोटरसाइकिल? नहीं वही मैं ਜਿਹੜੇ ਮੋਟਰਸਾਈਕਲ ਤੇ 4 ਬੰਦੇ 3 ਬੰਦੇ ਨਾਲ ਗਏ ਆ ਉਹ ਬੰਦੇ ਅਜੇ ਅਰੈਸਟ ਕਰਨੇ ਬਾਕੀ ਆ। ਜਿਹੜੇ ਬਰੇਜ਼ਾ ਕਾਰ 'ਚ ਬਿਠਾ ਕੇ ਉੱਥੇ ਤੱਕ ਲੈ ਕੇ ਗਏ ਸੀਗੇ ਉਹ 4 ਬੰਦੇ ਅਸੀਂ ਅਰੈਸਟ ਕਰ ਲਏ। बाइक की डिटेल्स अभी मैं वही कह रहा हूँ वो हम अभी चेक कर रहे हैं, क्योंकि आज ही इनको हमने अरेस्ट किया है। इनसे हमें प्रिलिमिनरी इन्वेस्टिगेशन में ये पता चला है कि ये 4 लोग वहाँ पे गए थे, वहाँ से फिर चेंज करके आगे गए। बाकी इन्वेस्टिगेशन कौन से बाइक पे कौन लेके आया था, लगातार जो उसके परिवार वाले आरोप लगा रहे हैं कि अमृतपाल पुलिस कस्टडी में है, क्या कहना सर आपका कि क्या कस्टडी में है या पंजाब के? देखो, मैं इसको बहुत पहले हम लोग स्पष्ट कर चुके हैं कि अमृतपाल आज तक पुलिस की कस्टडी में नहीं है। पुलिस बिल्कुल लॉ के मुताबिक काम कर रही है। जैसे ही अरेस्ट होगा तुरंत हम बताएंगे, बिकॉज हम इससे ज्यादा एक करके कर लेते हैं। सर मैं पूछ सकता हूँ जैसे कि फंडिंग के बारे में कुछ पता चला सर कि फंडिंग के ऊपर एक आपने जो गुड़गांव से गिरफ्तार किया सर? देखो, हमें जैसे मैंने कहा कि सारी सेंट्रल एजेंसी से हमें बिल्कुल बहुत कोऑपरेशन मिल रही है। एक स्पेसिफिक एजेंसी क्या कर रही है वो मैं नहीं बता पाऊंगा इस जगह पे। एनआई की कितनी टीमें सर यहाँ पे हैं? नहीं, देखो ये सारा ये ਜਿਹੜੀਆਂ ਚੀਜ਼ਾਂ है ना कि ਵੈਲ ਪਲਾਨ ਸੀਗਾ ਜਾਂ ਕੱਪੜੇ ਨਾਲ ਲੈ ਕੇ ਆਏ ਸੀ, ਇਹ ਚੀਜ਼ਾਂ ਅਜੇ ਵੈਰੀਫਾਈ ਹੋਣਗੀਆਂ ਤਫਤੀਸ਼ ਦੇ ਵਿੱਚ, क्योंकि एक एक करके पूछो जी। सर क्या सर
हाँ जी, तो ब्रिजा अभी कहाँ पर है? ब्रीजा गाड़ी अभी हमारी कस्टडी में है। पुलिस स्टेशन शाहकोट है, वहाँ पे हमारे जिला जलंधर रूरल में। अच्छा सर, क्या अमृतपाल ह्यूमन बम बनाने का भी विचार कर रहा नहीं, था? ऐसा कोई अभी तक हमारे इन्वेस्टिगेशन में नहीं है। मैं कह रहा जी वो पार्ट चेक कर रहे। देखो अजे ਅੱਜ ਉਹਨਾਂ ਨੂੰ ਸਵੇਰ ਅਰੈਸਟ ਕੀਤਾ ਚਾਰਾਂ ਨੂੰ, ਉਹਨਾਂ ਨੇ ਜੋ ਦੱਸਿਆ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਮੈਂ ਤੁਹਾਨੂੰ ਦੱਸਤਾ। ਜਿਹੜੀ ਅੱਗੇ ਮੋਟਰਸਾਈਕਲ ਕਿੱਥੇ ਗਏ, ਕਿੱਦਾਂ ਗਏ, ਕੀ ਉਹਦੀ ਟ੍ਰੇਲ ਕੀ ਆ, ਉਹ ਪਾਰਟ ਅਜੇ ਸਾਰਾ ਅਸੀਂ ਚੈੱਕ ਕਰ ਰਹੇ ਹਾਂ। ਸੋ ਉਹ ਟਾਈਮ ਟੂ ਟਾਈਮ ਜਿਸ ਤਰ੍ਹਾਂ ਕੱਲ ਨਹੀਂ ਅੱਜ ਸਵੇਰ ਤਾਂ ਉਹਨਾਂ ਨੂੰ ਅਰੈਸਟ ਕੀਤਾ ਜੀ। नहीं वो सारा अजय कर रहे हैं जी, वो विल रिलीज जब आएगा। नहीं अजय तक नहीं हुई जी, कोई अजय तक कोई नहीं। ਸੈਂਸਰ ਇੱਕ ਗੱਲ ਹੋ ਰਿਹਾ ਕਿ ਜਿਹੜੀ ਜੇਲ੍ਹਾਂ 'ਚ ਸ਼ਿਫਟ ਕਰਨ ਦੀ ਗੱਲ ਕੀਤੀ ਹੈ, ਜੇਲ੍ਹਾਂ ਜਿਹੜੀ ਹੈ ਉਹ ਆਇਡੈਂਟੀਫਾਈ ਕੀਤੀ ਹੈ। ਹਾਲਾਂਕਿ ਲਾਅ ਐਂਡ ਆਰਡਰ ਨੂੰ ਵੇਖਦੇ ਹੋ ਜਿਹੜੇ देखो ये ਜਿਹੜੀ ਕਾਲ ਹੁੰਦੀ ਹੈ ਨਾ ਜੀ, ਐਨਐਸਏ ਦੇ ਵਿੱਚ ਇੱਕ ਪ੍ਰੋਵੀਜ਼ਨ ਆ, ਉਹਦੇ ਵਿੱਚ ਪ੍ਰੋਵੀਜ਼ਨ ਹੈ ਸੈਕਸ਼ਨ 5 ਦੇ ਵਿੱਚ ਕਿ ਜਿਹੜੇ ਬੰਦੇ ਤੋਂ ਵੀ ਥ੍ਰੈਟ ਆ ਸਿਕਿਉਰਿਟੀ ਆਫ ਸਟੇਟ ਨੂੰ ਜਾਂ ਪਬਲਿਕ ਆਰਡਰ ਨੂੰ, ਉਹਨੂੰ ਕਿਸੇ ਦੂਸਰੀ ਸਟੇਟ ਦੇ ਵਿੱਚ ਰੱਖਿਆ ਜਾ ਸਕਦਾ ਵਾ। ਸੋ ਉਹਦੇ ਲਈ ਸਿਰਫ ਇੱਕ ਜ਼ਰੂਰੀ ਹੁੰਦਾ ਕਿ ਉਸ ਸੈਕੰਡ ਜਿਹੜੀ ਸਟੇਟ ਆ ਉਹਦੀ ਕੰਸੈਂਟ ਜ਼ਰੂਰੀ ਹੁੰਦੀ ਆ। ਸੋ ਹੁਣ ਤੱਕ ਜਿੰਨੇ ਐਨਐਸਏ ਦੇ ਵਿੱਚ 5 ਬੰਦੇ ਅਰੈਸਟ ਕੀਤੇ ਆ, ਉਹਨਾਂ ਨੂੰ ਦਿਬਰੂਗੜ੍ਹ ਭੇਜਿਆ ਗਿਆ ਵਾ। 1-to-1 ਬੇਸਿਸ ਦੇ ਉੱਤੇ ਕਾਲ ਲਈ ਜਾਂਦੀ ਆ। ਇਹਦੇ ਵਿੱਚ ਇੱਕ ਬਲੈਂਕਟ ਗੱਲ ਨਹੀਂ ਮੈਂ ਕਰ ਸਕਦਾ। ਜਿਉਂ अरेस्ट होएगी त्यों कॉल ली जाएगी किन्हों कितने रखना। अच्छा सर, उसके पास से कुछ बुलेट प्रूफ जैकेट भी मिली है, हथियार मिले हैं, क्या है सर ये पूरी कहानी, कितनी जैकेट मिली नहीं है? देखो जो जैकेट्स मिली है, एग्जैक्ट नंबर ऑफ जैकेट्स तो नहीं मैं बता पाऊंगा, लेकिन सारी जैकेट्स के ऊपर AKF लिखा हुआ है, जिससे हमें सस्पिशन है कि वो, जैसे मैंने कल कहा था कि अनंतपुर खालसा फौज है, तो वो उसकी बाकी डिटेल्स हम अभी इन्वेस्टिगेशन कर रहे कहाँ से बनवाई गई थी सर हैं, जैकेट? सारा चेक कर रहे हैं। अजय तक नहीं जी, NIA अजय तक नहीं है, बट फर्दर जो ਜਿਹੜੀ ਸੈਂਟਰਲ ਏਜੰਸੀ ਦੀ ਸਾਨੂੰ ਜ਼ਰੂਰਤ ਹੋਏਗੀ ਜਾਂ ਜਿਨ੍ਹਾਂ ਨੂੰ ਸਾਡੇ ਤੋਂ ਕੋਈ ਇਨਫੋਰਮੇਸ਼ਨ ਹੋਏਗੀ ਉਹ ਸ਼ੇਅਰ की जाएगी। हथियारों की ट्रेनिंग दी थी, हथियारों की ट्रेनिंग दी सर क्या उनके पास? हाँ जी ISI से क्या अमृतपाल ने हथियारों की देखो ये चीज़ां ਜਿਹੜੀਆਂ ਨੇ ਜਦੋਂ ਫੜਿਆ ਜਾਏਗਾ ਨਾ ਜੀ, ਉਦੋਂ ਸਾਰੀਆਂ पर disclose ISI के साथ कनेक्शन तो ਪਰ सर ਪਰ ਜਿਹੜਾ ਜਿੰਨਾ मैं ਤੁਹਾਨੂੰ ਜਿੱਦਾਂ ਕੱਲ ਦੱਸਿਆ ਸੀਗਾ, जितना हमारे पास आज तक एविडेंस आया है, उससे देयर इज ए स्ट्रॉन्ग सस्पिशन, क्योंकि फंड्स जो हैं, जैसे गाड़ियां जो हैं, 5 गाड़ियां हैं इनके पास, वो सारी गाड़ियां उन लोगों के नाम पे है जिन लोगों के पास फाइनेंशियल रिसोर्सेज नहीं थी। दूसरा है कि इनके जो जितने भी आज तक फाइनेंसेस वेरीफाई हुए हैं, उनके कोई रिलायबल क्रेडिटेबल सोर्सेज नहीं है, तो उससे हमें डाउट है कि इसकी जो फंडिंग है वो फॉरेन फंडिंग थी, एंड दैट पार्ट इज बीइंग इन्वेस्टिगेटेड। उसमें भी और टाइम लगेगा। सर कलसी को आपने गिरफ्तार किया, उससे जान नहीं ਇਹ ਜਿਹੜਾ ਜਦੋਂ ਇਹ ਜਾ ਰਹੇ ਸੀਗੇ ਨਾ, ਜਦੋਂ ਇਹਨਾਂ ਨੂੰ ਰੋਕਿਆ ਹੈ, ਉਹਦੇ ਵਿੱਚ ਬਹੁਤ ਸਾਰੇ ਬੰਦੇ ਸੀ ਜਿਹੜੇ ਪਿੱਛੋਂ escape ਕੀਤੇ ਆ, ਕਿਉਂਕਿ ਅਗਲੇ ਪਾਸੇ ਜਿਹੜੇ ਬੰਦੇ ਸੀ, ਕਿਉਂਕਿ ਇੱਕਦਮ ਬੈਕ ਸਾਈਡ ਤੋਂ ਜਿਸ ਤਰ੍ਹਾਂ ਇਹ ਉੱਤਰ ਕੇ ਆਪਣੀ ਗੱਡੀ 'ਚੋਂ ਗਿਆ ਹੈ, ਨਾਲ ਟਰੈਵਲ ਕਰ ਰਹੇ ਸੀ ਨਾ, ਇਹ ਆਪਣੀ ਗੱਡੀ 'ਚੋਂ ਉੱਤਰ ਕੇ, ਜਿੱਦਾਂ ਕੱਲ ਤੁਹਾਨੂੰ ਦੱਸਿਆ ਸੀਗਾ ਕਿ ਇਹ ਜਿਹੜੀ ਗੱਡੀ 'ਚ ਟਰੈਵਲ ਕਰ ਰਿਹਾ ਸੀ, ਉੱਥੋਂ ਇੱਕਦਮ ਉੱਤਰ ਕੇ ਦੂਜੀ ਕਿਸੇ ਗੱਡੀ 'ਚ ਚਲਾ ਗਿਆ। ਹੁਣ ਕੱਲ ਤੱਕ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਦੂਸਰੀ ਕਿਹੜੀ ਗੱਡੀ 'ਚ ਗਿਆ। ਫਰਦਰ ਇਨਵੈਸਟੀਗੇਸ਼ਨ 'ਚ ਹੁਣ ਆਇਆ ਕਿ ਉੱਥੋਂ ਉੱਤਰ ਕੇ ਇੱਕ ਬਰੈਜ਼ਾ ਕਾਰ ਦੇ ਵਿੱਚ ਗਿਆ ਸੀ, ਜਿਹੜੀ ਕਿ ਅੱਜ ਬਰੈਜ਼ਾ ਕਾਰ ਰਿਕਵਰ ਕੀਤੀ ਹੈ। ਫਰਦਰ ਹੁਣ ਅੱਗੇ ਇਸ ਗੱਲ ਆਈ ਹੈ ਕਿ ਮੋਟਰਸਾਈਕਲ 2 ਯੂਜ਼ ਹੋਏ ਆ। ਹੁਣ ਉਸ ਪਾਸੇ ਨੂੰ ਸਾਡੀ ਇਨਵੈਸਟੀਗੇਸ਼ਨ ਸਟੈਪ ਬਾय ਸਟੈਪ ਚੱਲ ਰਹੀ ਹੈ। सर दूसरा सर आपने कलसी जॉर्जिया में मिली थी ISI ने जॉर्जिया वो पार्ट अभी हम पूरा इन्वेस्टिगेट कर रहे हैं, वो नहीं पता। मोटरसाइकिल लेके किस दिशा में गए? मैं कह रहा हूँ वही चीज है। देखो आपको अपडेट करते रहेंगे, अभी तक हमारे पास कोई evidence नहीं है। सर सवाल ये है कि जो आपने कलसी को गिरफ्तार किया है, क्या उसके फंडिंग के क्या सबूत कुछ मिले हैं सर? वो अभी हम उसको इंटेरोगेट पंजाब पुलिस का करना अभी बाकी है। जो करें सर को इनको मैं वही कह रहा हूँ, जब उसको करेंगे तब ये सारी चीजें सामने ਜਿਹੜੇ आएंगी। ਕੱਪੜੇ ਰਿਕਵਰ ਹੋਏ ਆ ਉਹ ਬਰੀਜ਼ਾ ਗੱਡੀ 'ਚ ਰਿਕਵਰ ਹੋਏ ਜਾਂ ਕਿਸੇ ਹੋਰ ਨਾਲ? ਨਹੀਂ ਕੱਪੜੇ ਅਸੀਂ ਨਹੀਂ ਰਿਕਵਰ ਕੀਤੇ ਜੀ, ਅਸੀਂ ਗੱਡੀ ਰਿਕਵਰ ਕੀਤੀ ਆ, ਗੱਡੀ 'ਚੋਂ ਵੈਪਨ ਰਿਕਵਰ ਹੋਏ ਆ। ਉਹਨਾਂ ਦੀ ਜਿਹੜੇ 4 ਬੰਦੇ ਅਸੀਂ ਅਕਿਊਜ਼ਡ ਅਰੈਸਟ ਕੀਤੇ ਆ, ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਜਿਹੜੀ ਬਾਰ-ਬਾਰ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਉੱਥੋਂ ਜਾ ਕੇ ਉਹਨੇ ਕੱਪੜੇ ਚੇਂਜ ਕੀਤੇ ਆ। ਹੁਣ ਉਹ ਚੇਂਜ ਕਰਨ ਤੋਂ ਬਾਅਦ ਅਗਲਾ ਸਵਾਲ ਤੁਹਾਡਾ ਹੈ ਕਿ ਕਿੱਧਰ ਨੂੰ ਗਏ, ਉਹ ਪਾਰਟ ਅਜੇ ਚੈੱਕ ਕੀਤਾ ਜਾ ਰਿਹਾ।
ਉਹਦੇ ਆਲੇ ਦੁਆਲੇ ਦੇ ਹੋਰ ਆਸ-ਪਾਸ ਦੇ ਸਾਰੀਆਂ ਉਹਨੇ ਕੱਪੜੇ ਚੇਂਜ ਕੀਤੇ ਆ। ਹੁਲੀਆ ਬਾਰੇ ਅਜੇ ਮੈਂ ਕਹਿ ਨਹੀਂ ਸਕਦਾ, ਉਹੀ ਕਹਿ ਰਿਹਾ ਮੈਂ ਕਹਿ ਨਹੀਂ ਸਕਦਾ ਜੀ। वो कर रहे हैं जी, वो सारी इन्वेस्टिगेशन चल रही है, तो स्टेप बाय स्टेप चल रही है। अमृतपाल की वाइफ जो है उससे कोई पूछताछ हुई है अभी? नहीं, अभी तक नहीं। वो कहाँ, उसके गांव में ही है? ਦੂਸਰੇ ਪਾਸੇ ਮੀਡੀਆ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਜਿਹੜੇ ਟਵਿੱਟਰ ਖਾਤੇ ਨੇ, ਫੇਸਬੁੱਕ ਖਾਤੇ ਨੇ, ਉਹ ਲਗਾਤਾਰ ਬੰਦ ਹੋ ਰਹੇ ਨੇ, ਤਾਂ ਫਿਰ ਇਸ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ? 751 ਵੀ ਹੋ ਰਹੀ ਹੈ ਪੱਤਰਕਾਰਾਂ ਦੇ ਉੱਤੇ। तो देखो ये स्पेसिफिक केस बारे नहीं मैंने पता किसी बारे में। Adding on to this, you yesterday said that NSA would likely be poached on Amritpal. But today the affidavit given in High Court that specifically states that देखो सिक्योरिटी इश्यूज ਦੇ ਉੱਤੇ ਦੇਖੋ ਸਿਕਿਉਰਿਟੀ ਇਸ਼ੂਜ਼ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹੈ ਜਿਹੜੀਆਂ ਟਾਈਮ ਟੂ ਟਾਈਮ ਔਰ ਸਹੀ ਟਾਈਮ ਤੇ ਸ਼ੇਅਰ ਕੀਤੀਆਂ ਜਾਂਦੀਆਂ। ਸਰ ਮੇਰਾ ਸਵਾਲ ਹੈ ਸਰ ਇੱਕ ਪੱਤਰਕਾਰਾਂ ਦੇ ਉੱਤੇ ਸਰ ਜਿਹੜਾ ਖਾਤੇ ਬੰਦ ਹੋ ਰਹੇ ਨੇ, ਪਰਚੇ ਹੋ ਰਹੇ ਨੇ, ਉਹਦੇ ਉਹ ਤੁਸੀਂ ਮੈਨੂੰ ਜੇ ਕੋਈ ਸਪੈਸੀਫਿਕ ਦੇ ਦੋਗੇ ਮੈਂ ਚੈੱਕ ਕਰਾ ਸਕਦਾ ਜੀ ਕਿ ਕੀ ਰੀਜ਼ਨ ਆ ਉਹਦਾ, ਕਿਉਂਕਿ ਬਲੈਂਕਟ ਕੋਈ ਰੀਜ਼ਨ ਨਹੀਂ ਪਤਾ, ਕੋਈ ਨਾ ਕੋਈ ਹਰ ਕੇਸ ਦੇ ਵਿੱਚ ਕੁਛ ਨਾ ਕੁਛ ਰੀਜ਼ਨ ਹੋਏਗਾ। ਉਹ ਤੁਸੀਂ ਜਦੋਂ ਦੋਗੇ ਕਿ ਆਹ ਪ੍ਰੋਬਲਮ ਆਹ ਇਸ਼ੂ ਹੈਗਾ ਉਹਦੇ ਬਾਰੇ ਚੈੱਕ ਕੀਤਾ ਜਾ ਸਕਦਾ। सर एक ਟਵਿੱਟਰ ਹੈਂਡਲ ਦੀ ਗੱਲ ਕੀਤੀ ਹੈ, ਇਹ ਵੀ ਆ ਗਿਆ ਇਨਵੈਸਟੀਗੇਸ਼ਨ 'ਚ ਇਹ ਵੀ ਆਇਆ ਕਿ ਮਾਰਚ ਦੇ ਫਸਟ ਵੀਕ ਤੋਂ ਲੈ ਕੇ 16-17 ਤੱਕ ਕਈ ਜਿਹੜੇ ਟਵਿੱਟਰ ਹੈਂਡਲ ਜਿਹੜੇ ਆ ਉਹ ਉੱਪਰ ਕੀਤੇ ਗਏ ਹੇਟ ਸਪੀਚ ਵਾਸਤੇ, ਉਹਨੂੰ ਵੀ ਸਾਈਬਰ ਸੈੱਲ ਦੇਖੋ ਜਿਹੜੀਆਂ ਇਨਵੈਸਟੀਗੇਸ਼ਨ ਦੀਆਂ ਤਰੁੱਟੀਆਂ ਹੈ ਨਾ ਜੀ, ਸਾਰੀਆਂ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ। ਇਹਦੇ ਵਿੱਚ ਬਹੁਤ ਸਾਰੇ ਪਹਿਲੂ ਆ ਜਿਹੜੇ ਅਜੇ ਅੰਡਰ ਇਨਵੈਸਟੀਗੇਸ਼ਨ ਨੇ, ਜਿਹਦੇ ਤੇ ਸਾਡੀ ਜਿਹੜੀਆਂ ਏਜੰਸੀਜ਼ ਆ, ਸਪੈਸ਼ਲਾਈਜ਼ਡ ਵਿੰਗਸ ਆ, ਸਾਡੇ ਇੰਟਰਨਲ ਸਿਕਿਉਰਿਟੀ ਆ, ਕਾਊਂਟਰ ਇੰਟੈਲੀਜੈਂਸ ਆ, ਸਾਈਬਰ ਕ੍ਰਾਈਮ ਆ, ਉਹ ਤਫਤੀਸ਼ ਕਰ ਰਹੇ ਆ। ਪਰ ਹਰ ਗੱਲ ਜਿਹੜੀ ਹੈ ਕਿਉਂਕਿ ਇਹਦੇ ਵਿੱਚ ਐਵੀਡੈਂਸ ਬਿਲਡ ਅਪ ਕਰਨਾ ਹੈ, ਸੋ ਹਰ ਚੀਜ਼ ਆਪਾਂ ਪਬਲਿਕ ਫੋਰਮ ਤੇ ਸ਼ੇਅਰ ਨਹੀਂ ਕਰ ਸਕਦੇ। ਜਿੰਨੀ ਇਨਫੋਰਮੇਸ਼ਨ ਜਿੰਨੀ ਅਪਡੇਟ ਸੀਗੀ ਉਹ ਆਪਾਂ ਸ਼ੇਅਰ टाइम टू टाइम करी जा रहे हैं और फर्दर कर रहे हैं। सर एक सवाल और है कि जो बड़ा कोई होता है उसके इनाम घोषित किया जाता है। नहीं, अब तक ऐसा कुछ नहीं है जी, अब तक नहीं है। अच्छा सर एक सवाल है, आप लोग ऐसे सीसीटीवी कैमरा देख रहे हैं तो आप लोग को लगता है कि पंजाब छोड़ के किसी बॉर्डर नहीं, ये नहीं कहा जा सकता इस स्टेज पे, अभी इतनी जल्दी कुछ नहीं कहा। सर ISI से इसके कोई कनेक्शन अभी तक रिवील हुए? मैं कह रहा हूँ जी ये प्राइमरी जो एविडेंस है दैट एस्टेब्लिशेस कि है, तो वो बाकी जो है एविडेंस एग्जैक्ट कंक्रीट एविडेंस है वो इन्वेस्टिगेशन में आ जाएगा। ਗਿਲ ਸਾਹਿਬ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਪਹਿਲਾ ਦੂਜੀ ਗੱਡੀ ਸੀ 18 ਨੰਬਰ ਮਰਸੀਡੀਜ਼, ਉਸ ਤੋਂ ਬਾਅਦ ਦੂਜੀ ਆਈ ਬਰੀਜ਼ਾ ਆਈ, ਉਸ ਤੋਂ ਬਾਅਦ ਬਾਈਕ ਆਈ, ਤੁਹਾਨੂੰ ਲੱਗਦਾ ਹੈ ਇਨਵੈਸਟੀਗੇਸ਼ਨ ਦੀ ਚੀਜ਼ਾਂ ਸਾਹਮਣੇ ਆਈ ਕਿ ਪੂਰਾ ਪਲਾਨ ਤਰੀਕੇ ਨਾਲ ਉਹ ਭੱਜਿਆ? ਕਿਉਂਕਿ ਦੇਖੋ ਇਹ ਉਹੀ ਮੈਂ ਕਹਿ ਰਿਹਾ, ਜਦੋਂ ਫੜਿਆ ਜਾਏਗਾ ਨਾ ਜੀ, ਨਾ ਤਾਂ ਹੁਲੀਆ ਸਾਨੂੰ ਪਤਾ ਕੀ ਹੋਏਗਾ ਜਦੋਂ ਫੜਿਆ ਇਸ ਜਾਏਗਾ। ਜਿਹੜੇ ਸਾਥੀ ਫੜੇ ਗਏ ਉਹਦੇ ਜਿਹੜੇ ਸਾਥੀ ਫੜੇ ਗਏ ਆ ਉਹਨਾਂ ਨੇ ਦੱਸਿਆ ਕਿ ਅਸੀਂ ਉਹਨੂੰ ਬਰੇਜ਼ਾ ਗੱਡੀ 'ਚ ਬਿਠਾ ਕੇ ਉੱਥੋਂ ਤੱਕ ਲੈ ਕੇ ਗਏ। ਉੱਥੇ ਅੱਗੇ 2 ਮੋਟਰਸਾਈਕਲ ਸੀ, 3 ਹੋਰ ਬੰਦੇ ਸੀ ਜਿਨ੍ਹਾਂ ਨਾਲ ਉਹ ਬੈਠ ਕੇ ਚਲਾ ਗਿਆ। ਸੋ ਪੋਸੀਬਲ ਆ, ਦੇਖੋ ਕਿਸੇ ਵੀ ਚੀਜ਼ ਦੀ ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ। नहीं, देखो वो तो पार्ट ऑफ इन्वेस्टिगेशन। सर एक सवाल है, अजय कुछ नहीं है, देखो ਇਹਦੇ ਵਿੱਚ ਕਿਸੇ ਦੇ ਕੋਲੇ ਕੋਈ कंक्रीट नहीं है कि कौन है। अच्छा सर एक सवाल इससे है कि अभी कुछ दिन पहले एक इंटरव्यू हुआ था जेल से, तो उसमें सलमान खान को सजा मारने की धमकी दी थी, तो उस पर क्या एक्शन जो है वो लिया जाए? और ऐसे के बारे में इस केस के बारे में आपने कुछ पूछा है? ठीक है जी, थैंक यू। सर एक छोटा सा 1 to 1 करते हैं, मैं ऑडिबल दे रहा हूँ, छोटा सा सर एक्चुअली